Students, this is your first lecture of economics. Today is the 4th September and day is Friday. So we are going to start our first topic, that is introduction to economics. What is the meaning of economics? Economics ਦੀਆਂ ਕਿਹੜੀਆਂ types ਨੇ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਹੈ ਬੇਟਾ ਜੀ what is the meaning of economics, ਇਸ ਦੀ definition ਕੀ ਹੈ। ਸੋ ਬੇਟਾ ਇਕਨੋਮਿਕਸ ਇੱਕ ਸੋਸ਼ਲ ਸਾਇੰਸ ਹੈ ਜੋ ਸੋਸ਼ਲ ਲਾਈਫ ਦੇ ਵਿੱਚ ਅਸੀਂ ਡੇਲੀ ਯੂਜ਼ ਕਰਦੇ ਹਾਂ, ਜਿਸ ਦਾ ਕੰਸਰਨ ਹੁੰਦਾ ਬੇਟਾ ਜੀ ਕਿ ਯੂਜ਼ ਆਫ ਸਕੇਅਰ ਰਿਸੋਰਸਸ। ਸਾਡੇ ਕੋਲ ਜੋ ਸਕੇਅਰਸ ਰਿਸੋਰਸਸ ਨੇ ਉਸ ਨੂੰ ਅਸੀਂ ਆਪਣੀਆਂ ਅਨਲਿਮਿਟਡ ਡਿਮਾਂਡਸ ਨੂੰ ਫੁੱਲਫਿਲ ਕਰਨ ਵਾਸਤੇ ਕਿਸ ਤਰ੍ਹਾਂ ਯੂਜ਼ ਕਰ ਸਕਦੇ ਹਾਂ, ਉਹਨਾਂ ਦਾ ਆਪਟੀਮਲ ਯੂਜ਼ ਕਿਸ ਤਰ੍ਹਾਂ ਕਰ ਸਕਦੇ ਹਾਂ। ਸਾਡੇ ਕੋਲ ਰਿਸੋਰਸਸ ਬੇਟਾ ਲੈਂਡ ਐਂਡ ਲੇਬਰ, ਥੀਸ ਆਰ ਟੂ ਮੇਨ ਰਿਸੋਰਸਸ। ਇਹਨਾਂ ਦੋਨਾਂ ਰਿਸੋਰਸਸ ਨੂੰ ਅਸੀਂ ਯੂਜ਼ ਕਰਨਾ ਆਪਣੀਆਂ ਅਨਲਿਮਿਟਡ ਅਨੰਤ ਮੰਗਾਂ ਨੂੰ ਪੂਰਾ ਕਰਨ ਵਾਸਤੇ। ਸੋ ਬੇਟਾ ਬੇਸਿਕਲੀ ਡੈਫੀਨੇਸ਼ਨ ਦੇ ਵਿੱਚ, ਇਕਨੋਮਿਕਸ ਦੀ ਡੈਫੀਨੇਸ਼ਨ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਅਸੀਂ ਆਪਣੀਆਂ ਅਸੀਮਤ ਲੋੜਾਂ ਨੂੰ ਸੀਮਤ ਸਾਧਨਾਂ ਦੇ ਨਾਲ ਕਿਸ ਤਰ੍ਹਾਂ ਪੂਰਾ ਕਰ ਸਕਦੇ ਹਾਂ। How we can fulfill our unlimited wants with some scarce resources। then ਉਸ ਤੋਂ ਬਾਅਦ ਬੇਟਾ ਇਹ ਡੈਫੀਨੇਸ਼ਨ ਹੈ ਬੇਟਾ ਬੇਸਿਕ ਡੈਫੀਨੇਸ਼ਨ। ਹੋਰ ਵੀ ਬਹੁਤ ਸਾਰੀ ਡੈਫੀਨੇਸ਼ਨਸ ਬੁੱਕ ਦੇ ਵਿੱਚ ਦਿੱਤੀਆਂ ਗਈਆਂ ਨੇ, ਇਹ ਸਿਰਫ ਇੰਟਰੋਡਕਸ਼ਨ ਹੈ ਬੇਟਾ ਜੀ ਵਾਟ ਇਜ਼ ਦ ਮੀਨਿੰਗ ਆਫ ਇਕਨੋਮਿਕਸ। ਉਸ ਤੋਂ ਬਾਅਦ ਆ ਜਾਂਦਾ ਬੇਟਾ ਜੀ ਵਾਟ ਆਰ ਦ ਟਾਈਪਸ ਆਫ ਇਕਨੋਮਿਕਸ। ਇਕਨੋਮਿਕਸ ਕਿਸ ਤਰ੍ਹਾਂ ਦੀ ਹੁੰਦੀ ਹੈ? ਇਹਦੀਆਂ ਦੋ ਟਾਈਪਸ ਨੇ ਬੇਟਾ ਜੀ ਬੇਸਿਕਲੀ, ਪੋਜ਼ੀਟਿਵ ਇਕਨੋਮਿਕਸ ਐਂਡ ਨੋਰਮੈਟਿਵ ਇਕਨੋਮਿਕਸ। ਜੋ ਪੋਜ਼ੀਟਿਵ ਇਕਨੋਮਿਕਸ ਹੈ ਬੇਟਾ ਜੀ ਇਸ ਦਾ ਮਤਲਬ ਹੁੰਦਾ ਵਟ ਇਜ਼ ਦਿਸ, ਵਟ ਸਮਥਿੰਗ ਇਜ਼, ਮਤਲਬ ਇਹ ਕੀ ਚੀਜ਼ ਹੈ। ਇਸ ਦੇ ਵਿੱਚ ਅਸੀਂ ਬੇਟਾ ਗੱਲ ਕਰਦੇ ਆਂਗੇ ਜਿਸ ਚੀਜ਼ ਨੂੰ ਅਸੀਂ ਮੈਜ਼ਰ ਕਰ ਸਕਦੇ ਆਂਗੇ, ਮਾਪ ਸਕਦੇ ਆਂਗੇ, ਗਿਣਤੀ ਕਰ ਸਕਦੇ ਆਂਗੇ। ਜਦੋਂ ਉਸ ਸਟੱਡੀ ਦੀ ਗੱਲ ਕਰਦੇ ਹਾਂ ਉਸ ਨੂੰ ਪੋਜ਼ੀਟਿਵ ਇਕਨੋਮਿਕਸ ਕਿਹਾ ਜਾਂਦਾ ਬੇਟਾ। ਜਿਸ ਤਰ੍ਹਾਂ ਅਸੀਂ ਕਿਸੇ ਪਰਸਨ ਦੀ ਇਨਕਮ ਬਾਰੇ ਦੇਖਣਾ ਚਾਹੁੰਦੇ ਹਾਂ ਕਿ ਉਸ ਇਨਸਾਨ ਦੀ ਸੈਲਰੀ ਕਿੰਨੀ ਹੈ, ਜਦੋਂ ਉਹ ਸਾਰੇ ਟੈਕਸ ਪੇ ਕਰ ਦਿੰਦਾ ਗਾ ਉਸ ਤੋਂ ਬਾਅਦ ਉਸਦੇ ਕੋਲ ਕਿੰਨੇ ਪੈਸੇ ਬਚਦੇ ਨੇ ਤਾਂ ਜੋ ਉਹ ਆਪਣੇ ਉੱਪਰ ਖਰਚ ਕਰ ਸਕੇ, ਕੰਜ਼ੰਪਸ਼ਨ ਕਰ ਸਕੇ। ਇਹਦਾ ਮਤਲਬ ਬੇਟਾ ਜੀ ਅਸੀਂ ਇਹ ਚੀਜ਼ ਚੰਗੀ ਤਰ੍ਹਾਂ ਫਾਈਂਡ ਆਊਟ ਕਰ ਸਕਦੇ ਆਂਗੇ। ਬੇਰੁਜ਼ਗਾਰੀ ਕਿੰਨੀ ਹੈ, ਗਰੀਬੀ ਕਿੰਨੀ ਹੈ, ਕਿਸੇ ਦੇਸ਼ ਦੇ ਵਿਅਕਤੀਆਂ ਦੀ ਪ੍ਰਤੀ ਵਿਅਕਤੀ ਆਮਦਨ ਕਿੰਨੀ ਹੈ, ਪਰ ਕੈਪੀਟਾ ਇਨਕਮ ਕੀ ਹੈ, ਟੋਟਲ ਨੈਸ਼ਨਲ ਇਨਕਮ ਕੀ ਹੈ। ਸੋ ਵਟ ਸਮਥਿੰਗ ਇਜ਼, ਜਦੋਂ ਇਹ ਸਟੱਡੀ ਕਰਦੇ ਹਾਂ ਬੇਟਾ ਦੈਟ ਇਜ਼ ਪੋਜ਼ੀਟਿਵ ਇਕਨੋਮਿਕਸ। ਸੈਕਿੰਡ ਆ ਜਾਂਦੀ ਹੈ ਬੇਟਾ ਨੋਰਮੈਟਿਵ ਇਕਨੋਮਿਕਸ। ਨੋਰਮੈਟਿਵ ਇਕਨੋਮਿਕਸ ਦਾ ਮਤਲਬ ਹੈ ਵਟ ਸਮਥਿੰਗ ਔਟ ਟੂ ਬੀ, ਕੀ ਹੋਣਾ ਚਾਹੀਦਾ ਹੈ, ਵਟ ਸ਼ੁੱਡ ਬੀ ਡਨ। ਸੋ ਇਹ ਸਬਜੈਕਟਿਵ ਚੀਜ਼ ਹੈ ਬੇਟਾ ਜੀ, ਇਸ ਨੂੰ ਮੈਜ਼ਰ ਕਰਨਾ ਬਹੁਤ ਡਿਫਿਕਲਟ ਹੈ ਕਿਉਂਕਿ ਇਹ ਵੈਲਿਊ ਜਜਮੈਂਟ ਦੇ ਉੱਪਰ ਬੇਸਡ ਹੁੰਦੀ ਹੈ। ਫੋਰ ਐਗਜ਼ਾਮਪਲ ਕਿਸੇ ਵੀ ਦੇਸ਼ ਦੇ ਸਿਟੀਜ਼ਨਸ, ਉੱਥੋਂ ਦੇ ਪੋਲੀਟੀਕਲ ਐਕਸ਼ਨ ਕਮੇਟੀਜ਼, ਪੋਲੀਟੀਸ਼ੀਅਨਸ ਜਾਂ ਇਕੋਨੋਮਿਸਟ ਕੀ ਡਿਸੀਜਨ ਲੈਂਦੇ ਨੇ, ਉਹਨਾਂ ਦੀ ਵੈਲਿਊ ਜਜਮੈਂਟ ਕੀ ਹੋਏਗੀ। ਸੋ ਦਿਸ ਇਜ਼ ਵੈਰੀ ਡਿਫਿਕਲਟ ਟੂ ਮੈਜ਼ਰ। ਨੋਰਮੇਟਿਵ ਇਕਨੋਮਿਕਸ ਦੇ ਵਿੱਚ ਬੇਸਿਕਲੀ ਗੱਲ ਕਰਦੇ ਹਾਂ ਅਸੀਂ ਕੀ ਹੋਣਾ ਚਾਹੀਦਾ ਹੈ। ਸ਼ੁੱਡ ਦ ਮਿਨੀਮਮ ਵੇਜ ਬੀ ਇਨਕਰੀਜ਼ਡ, ਕਿ ਜੋ ਮਿਨੀਮਮ ਵੇਜ ਅਸੀਂ ਫਿਕਸ ਕੀਤੀ ਹੋਈ ਆ ਲੇਬਰ ਕਲਾਸ ਦੀ ਉਹ ਵਧਾਉਣੀ ਚਾਹੀਦੀ ਹੈ। ਸ਼ੁੱਡ ਡਿਫੈਂਸ ਸਪੈਂਡਿੰਗ ਇਨਕਰੀਜ਼ ਐਂਡ ਸੋਸ਼ਲ ਸਪੈਂਡਿੰਗ ਵੀ ਲੋਅਰਡ, ਕਿ ਡਿਫੈਂਸ ਦੇ ਉੱਪਰ ਸਾਨੂੰ ਸਪੈਂਡਿੰਗ ਆਪਣੇ ਖਰਚੇ ਵਧਾ ਦੇਣੇ ਚਾਹੀਦੇ ਨੇ ਅਤੇ ਸੋਸ਼ਲ ਸਪੈਂਡਿੰਗ ਹੈ ਜਿਹੜੀ ਉਹ ਘੱਟ ਕਰ ਦੇਣੀ ਚਾਹੀਦੀ ਹੈ। ਸੋ ਬੇਟਾ ਇਹ ਬਹੁਤ ਡਿਫਿਕਲਟ ਹੈ ਮਾਪਣਾ ਕਿ ਕੀ ਹੋਣਾ ਚਾਹੀਦਾ ਹੈ। ਕੀ ਗਰੀਬੀ ਨੂੰ ਘਟਾਉਣਾ ਚਾਹੀਦਾ ਹੈ, ਗਰੀਬੀ ਨੂੰ ਖਤਮ ਕਰਨ ਵਾਸਤੇ ਕਿਹੜੀਆਂ ਪੋਲਿਸੀਜ਼ ਨੂੰ ਇੰਪਲੀਮੈਂਟ ਕਰਨਾ ਚਾਹੀਦਾ ਹੈ। ਇਹ ਜੋ ਸਟੱਡੀਜ਼ ਨੇ ਬੇਟਾ ਜੀ ਜਿਹੜੀਆਂ ਸਾਨੂੰ ਦੱਸਦੀਆਂ ਨੇ ਕਿ ਕੀ ਹੋਣਾ ਚਾਹੀਦਾ ਹੈ, ਉਸ ਨੂੰ ਨੋਰਮੈਟਿਵ ਇਕਨੋਮਿਕਸ ਕਹਿੰਦੇ ਨੇ। ਦੈਨ ਆ ਗਿਆ ਬੇਟਾ ਸੈਕਿੰਡ ਟਾਈਪ। ਇਸ ਨੂੰ ਅਸੀਂ ਇਕਨੋਮਿਕਸ ਨੂੰ, ਸਟੱਡੀ ਆਫ ਇਕਨੋਮਿਕਸ ਨੂੰ ਅਸੀਂ ਦੋ ਪਾਰਟਸ ਦੇ ਵਿੱਚ ਡਿਵਾਈਡ ਕਰਦੇ ਹਾਂ ਬੇਟਾ, ਇੱਕ ਮੈਕਰੋ ਇਕਨੋਮਿਕਸ, ਇੱਕ ਮਾਈਕਰੋ ਇਕਨੋਮਿਕਸ। ਦਿਸ ਇਜ਼ ਵੈਰੀ ਇੰਪੋਰਟੈਂਟ ਫॉर ਸ਼ਾਰਟ ਨੋਟ। ਮੈਕਰੋ ਇਕਨੋਮਿਕਸ ਦੇ ਵਿੱਚ ਹੈ ਬੇਟਾ ਜੀ ਜਦੋਂ ਅਸੀਂ ਟੋਟਲ ਇਕਨੋਮਿਕ ਐਕਟੀਵਿਟੀਜ਼ ਨੂੰ ਸਟੱਡੀ ਕਰਦੇ ਹਾਂ। ਮੈਕਰੋ ਇਕਨੋਮਿਕਸ ਇਜ਼ ਦ ਸਟੱਡੀ ਆਫ ਟੋਟਲ ਇਕਨੋਮਿਕ ਐਕਟੀਵਿਟੀਜ਼। ਹੋਲ ਇਕੋਨਮੀ ਨੂੰ ਜਦੋਂ ਅਸੀਂ ਸਟੱਡੀ ਕਰਦੇ ਹਾਂ ਬੇਟਾ ਜੀ ਉਸ ਨੂੰ ਕਹਿੰਦੇ ਨੇ ਮੈਕਰੋ ਇਕਨੋਮਿਕਸ। ਮੈਕਰੋ ਦਾ ਮਤਲਬ ਹੀ ਹੁੰਦਾ ਹੈ ਹੋਲ, ਸਾਰਾ। ਸੋ ਮੈਕਰੋ ਐਕਟੀਵਿਟੀਜ਼ ਇਹ ਸਿਰਫ ਇੰਟਰੋਡਕਸ਼ਨ ਹੈ ਬੇਟਾ ਜੀ, ਸ਼ਾਰਟ ਨੋਟ ਲਈ ਇੰਪੋਰਟੈਂਟ ਹੋ ਸਕਦੀ ਹੈ। ਮੈਕਰੋ ਐਕਟੀਵਿਟੀਜ਼ ਦੇ ਵਿੱਚ ਆ ਜਾਂਦਾ ਜਿਵੇਂ ਕਿਸੇ ਦੇਸ਼ ਦਾ ਇਨਫਲੇਸ਼ਨ ਰੇਟ ਕੀ ਹੈ, ਮਹਿੰਗਾਈ ਕੀ ਹੈ, ਇਕਨੋਮਿਕ ਗਰੋਥ ਕੀ ਹੋ ਰਹੀ ਹੈ, ਦੇਸ਼ ਦਾ ਵਿਕਾਸ ਕਿੱਥੇ ਜਾ ਰਿਹਾ ਹੈ, ਟੋਟਲ ਇੰਪਲਾਇਮੈਂਟ ਦੇਸ਼ ਦੇ ਵਿੱਚ ਕਿੰਨੀ ਹੈ, ਜਾਂ ਦੇਸ਼ ਦੇ ਵਿੱਚ ਮੰਦੀ ਚੱਲ ਰਹੀ ਹੈ, ਡਿਪਰੈਸ਼ਨ ਚੱਲ ਰਿਹਾ ਹੈ, ਰਿਸੈਸ਼ਨ ਚੱਲ ਰਿਹਾ ਹੈ, ਜਾਂ ਫਿਰ ਉੱਥੇ ਬੂਮ ਪੀਰੀਅਡ ਹੈ। ਸੋ ਜਦੋਂ ਅਸੀਂ ਇਹਨਾਂ ਸਭ ਐਕਟੀਵਿਟੀਜ਼ ਦੀ ਗੱਲ ਕਰਦੇ ਬੇਟਾ ਜੀ ਇਸ ਦੇ ਵਿੱਚ ਅਸੀਂ ਇੱਕ ਪਰਟੀਕੂਲਰ ਫਰਮ ਨਹੀਂ ਲੈ ਕੇ ਜਾ ਰਹੇ, ਇਸ ਦੇ ਵਿੱਚ ਇੱਕ ਪਰਟੀਕੂਲਰ ਕੰਜ਼ਿਊਮਰ ਦੀ ਗੱਲ ਨਹੀਂ ਕਰ ਰਹੇ, ਇੱਥੇ ਅਸੀਂ
ਹੋਲ ਇਕੋਨਮੀ ਦੀ ਗੱਲ ਕਰ ਰਹੇ ਹਾਂ। ਸੋ ਇਸ ਸਟੱਡੀ ਨੂੰ ਕਿਹਾ ਜਾਂਦਾ ਮੈਕਰੋ ਇਕਨੋਮਿਕਸ। ਨੈਕਸਟ ਬੇਟਾ ਜੀ ਜੋ ਅਸੀਂ ਇਸ ਸਮੈਸਟਰ ਦੇ ਵਿੱਚ ਕਰਾਂਗੇ ਦੈਟ ਇਜ਼ ਮਾਈਕਰੋ ਇਕਨੋਮਿਕਸ। ਮਾਈਕਰੋ ਇਕਨੋਮਿਕਸ ਇਜ਼ ਦ ਸਟੱਡੀ ਆਫ ਇੰਡੀਵਿਜੂਅਲ ਸੈਗਮੈਂਟ ਆਫ ਦਾ ਇਕੋਨਮੀ। ਜਦੋਂ ਅਸੀਂ ਸਿੰਗਲ ਕੰਜ਼ਿਊਮਰ ਸਿੰਗਲ ਪ੍ਰਾਈਸ ਦੀ ਗੱਲ ਕਰਦੇ ਹਾਂ, ਪੂਰੀ ਇਕੋਨਮੀ ਦੀ ਇੱਕ ਪਰਟੀਕੂਲਰ ਸੈਗਮੈਂਟ ਦੀ ਗੱਲ ਕਰਦੇ ਹਾਂ ਬੇਟਾ, ਇੰਡੀਵਿਜੂਅਲ ਸੈਗਮੈਂਟਸ ਦੀ ਗੱਲ ਕਰਦੇ ਹਾਂ ਕਿ ਉਸਨੂੰ ਕਿਹਾ ਜਾਂਦਾ ਮਾਈਕਰੋ ਇਕਨੋਮਿਕਸ। ਫੋਰ ਐਗਜ਼ਾਮਪਲ ਅ ਕੰਜ਼ਿਊਮਰ, ਅ ਫਰਮ, ਜਿਸ ਦੇ ਵਿੱਚ ਅਸੀਂ ਇੱਕ ਇੰਡੀਵਿਜੂਅਲ ਜੋ ਹੈ ਇਕੋਨਮੀ ਦਾ ਪਾਰਟ ਉਸ ਦੀ ਗੱਲ ਕਰਦੇ ਹਾਂ। ਇਸ ਦੇ ਵਿੱਚ ਕਿਹੜੀਆਂ ਐਕਟੀਵਿਟੀਜ਼ ਹੁੰਦੀਆਂ ਬੇਟਾ ਜੀ, ਜਿਵੇਂ ਇੱਕ ਪ੍ਰੋਡਕਟ ਦਾ ਪ੍ਰਾਈਸ ਕੀ ਹੈ, ਫੋਰ ਐਗਜ਼ਾਮਪਲ ਇੱਕ ਪੈਨ ਦਾ ਪ੍ਰਾਈਸ ਕੀ ਹੈ, ਸ਼ੂਗਰ ਦਾ ਪ੍ਰਾਈਸ ਕੀ ਹੈ। ਸੈਕਿੰਡ ਬੇਟਾ ਜੀ ਪੋਲਿਊਸ਼ਨ ਦੀ ਗੱਲ ਕਰਦੇ ਹਾਂ, ਇੱਕ ਪਰਟੀਕੂਲਰ ਐਕਟੀਵਿਟੀ ਦੀ ਗੱਲ ਕਰ ਰਹੇ ਹਾਂ ਅਸੀਂ, ਪੋਵਰਟੀ ਦੀ ਗੱਲ ਕਰ ਰਹੇ ਹਾਂਗੇ, ਜਾਂ ਫਿਰ ਇੱਕ ਕੰਪੀਟੀਟਿਵ ਮਾਰਕੀਟ ਦੀ ਗੱਲ ਕਰ ਰਹੇ ਹਾਂ। ਫੋਰ ਐਗਜ਼ਾਮਪਲ ਪਰਫੈਕਟ ਕੰਪੀਟੀਸ਼ਨ, ਮੋਨੋਪਲੀ, ਮੋਨੋਪਲਿਸਟਿਕ ਕੰਪੀਟੀਸ਼ਨ, ਕਿਹੜਾ ਕੰਪੀਟੀਸ਼ਨ ਹੈ, ਇੱਕ ਪਰਟੀਕੂਲਰ ਐਕਟੀਵਿਟੀ ਦੀ ਗੱਲ ਕਰ ਰਹੇ ਹਾਂ, ਦੈਟ ਇਜ਼ ਮਾਈਕਰੋ ਇਕਨੋਮਿਕਸ। ਉਸ ਤੋਂ ਬਾਅਦ ਹੈ ਬੇਟਾ ਜੀ ਬੇਸਿਕ ਅਜੰਪਸ਼ਨਸ। ਇਹ ਬੇਟਾ ਉਹ ਚੀਜ਼ਾਂ ਨੇਗੀਆਂ ਜੋ ਇਕਨੋਮਿਕਸ ਦੇ ਵਿੱਚ ਸਭ ਤੋਂ ਪਹਿਲਾਂ ਪਤਾ ਹੋਣੀਆਂ ਚਾਹੀਦੀਆਂ ਨੇ ਕਿਸੇ ਵੀ ਸਟੱਡੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਚਾਹੇ ਮਾਈਕਰੋ ਇਕਨੋਮਿਕਸ ਹੈ ਚਾਹੇ ਮੈਕਰੋ ਇਕਨੋਮਿਕਸ ਹੈ। ਮਾਈਕਰੋ ਇਕਨੋਮਿਕਸ ਦੀਆਂ ਬੇਟਾ ਦੋ ਬੇਸਿਕ ਅਜੰਪਸ਼ਨਸ ਨੇ ਜੋ ਤੁਸੀਂ +2 ਦੇ ਵਿੱਚ ਵੀ ਪੜ੍ਹੀਆਂ ਹੋਣਗੀਆਂ। ਪਹਿਲੀ ਬੇਟਾ ਜੀ ਸੈਟਰਸ ਪੈਰਿਵਸ। ਇਹ ਇੱਕ ਫਰੇਜ਼ ਹੈ ਬੇਟਾ ਜੀ, ਇਸ ਦਾ ਮਤਲਬ ਹੁੰਦਾ ਹੈ ਆਲ ਥਿੰਗਸ ਰਿਮੇਨਿੰਗ ਸੇਮ, ਸਭ ਗੱਲਾਂ ਸਮਾਨ ਰਹਿਣ 'ਤੇ। ਜਦੋਂ ਕਿਸੇ ਵਸਤੂ ਦੀ ਕੀਮਤ ਵੱਧਦੀ ਹੈ ਤਾਂ ਉਸ ਦੀ ਮੰਗ ਘੱਟ ਹੋ ਜਾਂਦੀ ਹੈ। ਸੋ ਸੈਟਰਸ ਪੈਰਿਵਸ ਉਹ ਅਜੰਪਸ਼ਨ ਹੈ ਬੇਟਾ ਜਿਹੜਾ ਅਸੀਂ ਮਾਈਕਰੋ ਇਕਨੋਮਿਕਸ ਦੇ ਆਲਮੋਸਟ ਸਾਰੇ ਪਾਰਟਸ ਦੇ ਵਿੱਚ ਹੀ ਲੈ ਕੇ ਚੱਲਾਂਗੇ, ਚਾਹੇ ਲਾਅ ਆਫ ਡਿਮਾਂਡ ਹੋਵੇ, ਚਾਹੇ ਲਾਅ ਆਫ ਪ੍ਰੋਡਕਸ਼ਨ ਹੋਵੇ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪਾਰਟ ਹੋਵੇ ਮਾਈਕਰੋ ਇਕਨੋਮਿਕਸ ਦਾ। ਇਸ ਦਾ ਮਤਲਬ ਹੀ ਸੈਟਰਸ ਪੈਰਿਵਸ ਦਾ ਇਹ ਹੈ ਬੇਟਾ ਜੀ ਕਿ ਬਾਕੀ ਸਾਰੀਆਂ ਗੱਲਾਂ ਸਮਾਨ ਰਹਿਣਗੀਆਂ। ਸੈਕਿੰਡ ਹੈ ਬੇਟਾ ਜੀ ਰੈਸ਼ਨੈਲਿਟੀ। ਰੈਸ਼ਨੈਲਿਟੀ ਦਾ ਮਤਲਬ ਹੈ ਕੰਜ਼ਿਊਮਰ ਤੇ ਪ੍ਰੋਡਿਊਸਰਸ ਬਹੁਤ ਅਵੇਅਰ ਨੇ, ਕੋਈ ਵੀ ਡਿਸੀਜਨ ਲੈਣ ਤੋਂ ਪਹਿਲਾਂ ਉਹ ਕਾਸਟ ਤੇ ਬੈਨੀਫਿਟ ਨੂੰ ਕੰਪੇਅਰ ਕਰਨਗੇ। ਹਰ ਇੱਕ ਕੰਜ਼ਿਊਮਰ, ਹਰ ਇੱਕ ਪ੍ਰੋਡਿਊਸਰ ਮੈਕਸਿਮਮ ਬੈਨੀਫਿਟਸ ਚਾਹੁੰਦਾ ਹੈ ਬੇਟਾ ਜੀ ਮਿਨੀਮਮ ਕਾਸਟ ਦੇ ਉੱਪਰ। ਇਸ ਨੂੰ ਕਹਿੰਦੇ ਨੇ ਰੈਸ਼ਨੈਲਿਟੀ। ਉਸ ਤੋਂ ਬਾਅਦ ਬੇਟਾ ਟਾਈਪਸ ਆਫ ਇਕਨੋਮਿਕ ਐਨਾਲਿਸਿਸ ਦੇ ਵਿੱਚ ਮਾਈਕਰੋ ਐਂਡ ਮੈਕਰੋ, ਪੋਜ਼ੀਟਿਵ ਐਂਡ ਨੋਰਮੇਟਿਵ, ਸ਼ਾਰਟ ਰਨ ਐਂਡ ਲੌਂਗ ਰਨ, ਪਾਰਸ਼ਨਲ, ਜਨਰਲ ਇਕੁਇਲਿਬਰੀਅਮ। ਵੈਸੇ ਪਹਿਲੇ ਦੋ ਆਪਾਂ ਕਰ ਚੁੱਕੇ ਹਾਂ, ਉਸ ਤੋਂ ਅਗਲੇ ਦੋ ਨੇ ਜਿਹੜੇ ਉਹ ਆਪਾਂ ਨੈਕਸਟ ਚੈਪਟਰ ਦੇ ਵਿੱਚ ਕਰਾਂਗੇ। ਦੈਨ ਬੇਟਾ ਇਕਨੋਮਿਕ ਡਿਸੀਜਨਸ। ਇਕਨੋਮਿਕਸ ਦੇ ਵਿੱਚ ਇਕਨੋਮਿਕ ਡਿਸੀਜਨਸ ਕੀ ਹੁੰਦੇ ਨੇ? ਇਕਨੋਮਿਕ ਡਿਸੀਜਨਸ ਨੇ ਬੇਟਾ ਜੀ ਵਾਟ ਟੂ ਪ੍ਰੋਡਿਊਸ, ਕੀ ਪ੍ਰੋਡਿਊਸ ਕੀਤਾ ਜਾਵੇ, ਕਿਸ ਚੀਜ਼ ਦੀ ਡਿਮਾਂਡ ਹੈ ਮਾਰਕੀਟ ਦੇ ਵਿੱਚ, ਉਹ ਚੀਜ਼ ਪ੍ਰੋਡਿਊਸ ਹੋਣੀ ਚਾਹੀਦੀ ਹੈ। ਹਾਊ ਟੂ ਪ੍ਰੋਡਿਊਸ, ਕਿਸ ਤਰ੍ਹਾਂ ਪ੍ਰੋਡਿਊਸ ਕੀਤਾ ਜਾਵੇ, ਕਿਹੜੇ ਕਿਹੜੇ ਸਾਧਨਾਂ ਨੂੰ ਯੂਜ਼ ਕੀਤਾ ਜਾਵੇ, ਰਿਸੋਰਸਿਸ ਨੂੰ ਯੂਜ਼ ਕੀਤਾ ਜਾਵੇ। ਫॉर whom ਟੂ ਪ੍ਰੋਡਿਊਸ, ਕਿਸ ਦੇ ਲਈ ਪ੍ਰੋਡਿਊਸ ਕਰਨਾ ਚਾਹੀਦਾ ਹੈ। ਐਂਡ ਆਰ ਰਿਸੋਰਸਿਸ ਯੂਜ਼ਡ ਇਕਨੋਮਿਕਲੀ, ਕਿ ਜੋ ਸਾਡੇ ਕੋਲ ਲਿਮਟਡ ਰਿਸੋਰਸਿਸ ਨੇ ਉਹਨਾਂ ਨੂੰ ਅਸੀਂ ਇਕਨੋਮਿਕਲੀ ਉਹਨਾਂ ਨੂੰ ਅਸੀਂ ਆਪਟੀਮਲ ਯੂਜ਼ ਕੀਤਾ ਹੈ। ਸੋ ਦੀਜ਼ ਆਰ ਸਮ ਇਕਨੋਮਿਕ ਡਿਸੀਜਨਸ ਬੇਟਾ। ਇਹ ਅਸੀਂ ਸਿਰਫ ਹਜੇ ਇੰਟਰੋਡਕਸ਼ਨ ਕੀਤੀ ਹੈ, ਉਸ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਬਰੀਫ ਦੇ ਵਿੱਚ ਕਰਾਂਗੇ। ਦੈਨ ਉਸ ਤੋਂ ਬਾਅਦ ਆ ਜਾਂਦਾ ਬੇਟਾ ਜੀ ਆਰ ਰਿਸੋਰਸਿਸ ਫੁੱਲੀ ਇੰਪਲਾਈਡ, ਜੋ ਸਾਡੇ ਕੋਲ ਰਿਸੋਰਸਿਸ ਨੇ ਕਿ ਉਹਨਾਂ ਨੂੰ ਅਸੀਂ ਫੁੱਲੀ ਯੂਟੀਲਾਈਜ਼ ਕਰ ਰਹੇ ਹਾਂ। ਇਜ਼ ਦ ਇਕੋਨਮੀ ਗਰੋਇੰਗ, ਕੀ ਇਕੋਨਮੀ ਗਰੋ ਹੋ ਰਹੀ ਹੈ ਜਦੋਂ ਅਸੀਂ ਰਿਸੋਰਸਿਸ ਨੂੰ ਯੂਜ਼ ਕਰ ਰਹੇ ਹਾਂ, ਇਕਨੋਮਿਕ ਐਕਟੀਵਿਟੀਜ਼ ਕਰ ਰਹੇ ਹਾਂ, ਕੀ ਸਾਡੀ ਇਕੋਨਮੀ ਗਰੋ ਹੋ ਰਹੀ ਹੈ। ਉਸ ਤੋਂ ਬਾਅਦ ਬੇਟਾ ਜੀ ਆਏਗਾ ਸਾਡੇ ਕੋਲ ਕਨਸੈਪਟ ਔਰ ਸਕੇਅਰਸਿਟੀ। ਸਕੇਅਰਸਿਟੀ ਮੀਨ ਸਾਡੇ ਕੋਲ ਰਿਸੋਰਸਿਸ ਨੇ ਜਿਹੜੇ ਬਹੁਤ ਲਿਮਟਡ ਨੇ, ਸਕੇਅਰਸ ਨੇ, ਉਹਨਾਂ ਨੂੰ ਅਸੀਂ ਆਪਟੀਮਲ ਯੂਜ਼ ਕਰਕੇ ਆਪਣੀਆਂ ਡਿਮਾਂਡਸ ਨੂੰ ਫੁੱਲਫਿਲ ਕਰਨਾ ਹੈ। ਇਹਦੀ ਡੈਫੀਨੇਸ਼ਨ ਆਪਾਂ ਨੈਕਸਟ ਚੈਪਟਰ ਦੇ ਵਿੱਚ ਕਰਾਂਗੇ ਬੇਟਾ। ਦੈਨ ਉਸ ਤੋਂ ਬਾਅਦ ਆਉਂਦਾ ਹੈ ਪੁੱਤਰ ਕਨਸੈਪਟ ਆਫ ਓਪਰਚੁਨਿਟੀ ਕਾਸਟ। What is the meaning of this? The opportunity cost. This is very important for short note. ਇਸ ਦਾ ਮਤਲਬ ਹੈ ਬੇਟਾ ਜੀ the benefit foregone from the alternative that is not selected. ਐਗਜ਼ਾਮਪਲ ਦੇ ਨਾਲ ਸਮਝਾਉਂਦੀ ਹਾਂ ਬੇਟਾ। ਫੋਰ ਐਗਜ਼ਾਮਪਲ ਸਾਡੇ ਕੋਲ 1 ਏਕੜ ਜ਼ਮੀਨ ਹੈ, 1 ਹੈਕਟੇਅਰ ਜ਼ਮੀਨ ਹੈ, ਉਸ ਦੇ ਵਿੱਚ ਉੱਪਰ ਅਸੀਂ ਦੋ ਚੀਜ਼ਾਂ ਪ੍ਰੋਡਿਊਸ ਕਰ ਸਕਦੇ ਹਾਂ ਐਟ ਏ ਟਾਈਮ। ਦੋ ਚੀਜ਼ਾਂ ਪ੍ਰੋਡਿਊਸ ਹੋ ਸਕਦੀਆਂ ਨੇਗੀਆਂ। ਉਸ ਦੇ ਵਿੱਚ ਹੋ ਸਕਦਾ ਬੇਟਾ ਜੀ ਅਸੀਂ ਕਣਕ ਪ੍ਰੋਡਿਊਸ ਕਰ ਸਕਦੇ ਹਾਂਗੇ। ਸੈਕਿੰਡ ਨੰਬਰ 'ਤੇ ਅਸੀਂ ਪ੍ਰੋਡਿਊਸ ਕਰ ਸਕਦੇ ਹਾਂਗੇ, ਅਜ਼ਿਊਮ ਕਰ ਰਹੇ ਹਾਂ ਅਸੀਂ, ਮੰਨ ਲਓ ਚਨੇ ਪ੍ਰੋਡਿਊਸ ਕਰ ਸਕਦੇ ਹਾਂ। ਤਾਂ ਬੇਟਾ ਅਸੀਂ ਡਿਸੀਜਨ ਲਿਆ ਕਿ ਅਸੀਂ ਕਣਕ ਪ੍ਰੋਡਿਊਸ ਕਰਾਂਗੇ। ਇਹਦਾ ਮਤਲਬ ਬੇਟਾ ਜੀ ਕਣਕ ਪ੍ਰੋਡਿਊਸ ਕਰਨ ਲਈ ਅਸੀਂ ਸੈਕਿੰਡ ਥਿੰਗ ਮੰਨ ਲਓ 1000 ਰੁਪਏ ਦੇ ਚਨੇ ਸੈਕਰੀਫਾਈਸ ਕਰਤੇ। ਇਸ ਦਾ ਮਤਲਬ ਕਣਕ ਪ੍ਰੋਡਿਊਸ ਕਰਨ ਦੀ ਓਪਰਚੁਨਿਟੀ ਕਾਸਟ ਹੈ 1000 ਰੁਪਇਆ, ਜੋ ਕਿ ਅਸੀਂ ਸੈਕਰੀਫਾਈਸ ਕੀਤਾ ਹੈ। ਨੈਕਸਟ ਚੈਪਟਰ ਦੇ ਵਿੱਚ ਡਿਟੇਲ ਦੇ ਵਿੱਚ ਕਰਾਂਗੇ ਬੇਟਾ। ਦੈਨ ਉਸ ਤੋਂ ਬਾਅਦ ਹੈ ਪੁੱਤਰ ਪ੍ਰੋਡਕਸ਼ਨ ਪੋਸੀਬਿਲਿਟੀ ਕਰਵ। ਪ੍ਰੋਡਕਸ਼ਨ ਪੋਸੀਬਿਲਿਟੀ ਕਰਵ ਇੱਕ ਗ੍ਰਾਫ ਹੈ ਪੁੱਤਰ, ਜਿਸ ਦੇ ਵਿੱਚ ਅਸੀਂ ਸ਼ੋ ਕਰਾਂਗੇ
ਡਿਫਰੈਂਟ ਕੰਬੀਨੇਸ਼ਨਸ ਆਫ ਟੂ ਪ੍ਰੋਡਕਟਸ ਜਿਹੜੇ ਅਸੀਂ ਇਕੋਨਮੀ ਦੇ ਵਿੱਚ ਪ੍ਰੋਡਿਊਸ ਕਰ ਸਕਦੇ ਹਾਂ ਆਪਣੇ ਲਿਮਟਿਡ ਅਵੇਲੇਬਿਲਿਟੀ ਆਫ ਰਿਸੋਰਸਸ ਦੇ ਨਾਲ। ਫੋਰ ਐਗਜ਼ਾਮਪਲ ਹੁਣ ਅਸੀਂ ਗੱਲ ਕੀਤੀ ਆ ਵਾਈ ਐਕਸਿਸ ਦੇ ਉੱਪਰ ਅਸੀਂ ਵੀਟ ਲੈ ਲਾਂਗੇ, ਐਕਸ ਐਕਸਿਸ ਦੇ ਉੱਪਰ ਅਸੀਂ ਚਨੇ ਲੈ ਸਕਦੇ ਹਾਂਗੇ। ਉਸ ਤੋਂ ਬਾਅਦ ਅਸੀਂ ਇਹ ਦੇਖਾਂਗੇ ਜਿਸ ਦੇ ਵਿੱਚ ਇਹਨਾਂ ਦੋਨਾਂ ਨੂੰ ਕਿੰਨੀ ਮਾਤਰਾ ਦੇ ਵਿੱਚ ਅਸੀਂ ਪ੍ਰੋਡਿਊਸ ਕਰ ਸਕਦੇ ਹਾਂ ਜਦੋਂ ਕਿ ਸਾਡੇ ਕੋਲ ਸਿਰਫ 1 ਏਕੜ ਜ਼ਮੀਨ ਹੈ। ਸੋ ਪ੍ਰੋਡਕਸ਼ਨ ਪੋਸੀਬਿਲਿਟੀ ਕਰ ਵੀ ਨੈਕਸਟ ਚੈਪਟਰ ਦੇ ਵਿੱਚ ਅਸੀਂ ਡਿਟੇਲ ਦੇ ਵਿੱਚ ਕਰਾਂਗੇ। ਇਹ ਕੁਝ ਇੰਪੋਰਟੈਂਟ ਕਨਸੈਪਟਸ ਨੇ ਬੇਟਾ ਜੋ ਅਸੀਂ ਇੰਟਰੋਡਕਸ਼ਨ ਆਫ ਇਕਨੋਮਿਕਸ ਦੇ ਵਿੱਚ ਅੱਜ ਕੀਤੇ ਨੇਗੇ। ਉਸ ਤੋਂ ਬਾਅਦ ਬੇਟਾ ਨੈਕਸਟ ਚੈਪਟਰ ਦੇ ਵਿੱਚ ਅਸੀਂ ਇਹਨਾਂ ਨੂੰ ਡਿਟੇਲ ਦੇ ਵਿੱਚ ਪੜ੍ਹਾਂਗੇ। ਥੈਂਕ ਯੂ ਬੇਟਾ।